बेड़ी सच की तरिए गोर विचार। सतनाम श्री वाहिगुरु साहिब जीओ। सोदर राग आसा महला पहला। इक ओंकार सतगुर प्रसाद। सो दर तेरा केहा सो घर केहा जित बह सर्ब संभाले। वाजे तेरे नाद अनेक असंखा केते तेरे बावण हारे। केते तेरे राग परी स्यों कहिए केते तेरे गावण हारे। गावन तुधनो पवन पाणी बैसंतर गावै राजा धर्म दुआरे। गावन तुधनो चित गुप्त लिख जानन लिख लिख धर्म विचारे। गावन तुधनो ईसर ब्रह्मा देवी सोहन तेरे सदा सवारे। गावन तुधनो इंद्र इंद्रासन बैठे देवतियां दर नाले। गावन तुधनो सिद्ध समाधि अंदर गावन तुधनो साध विचारे। गावन तुधनो जति सती संतोखी गावन तुधनो वीर करारे। गावन तुधनो पंडित पढ़न रखीसर जुग जुग वेदा नाले। गावन तुधनो मोहनिया मन मोहन सुरग मछ प्याले। गावन तुधनो रतन उपाय तेरे 68 तीरथ नाले। गावन तुधनो जोध महाबल सूरा गावन तुधनो खाणी चारे। गावन तुधनो खंड मंडल ब्रह्मंडा कर कर रखे तेरे तारे। सेई तुधनो गावन जो तुध भावन रते तेरे भगत रसाले। होर केते तुधनो गावन से मैं चित न आवन नानक क्या विचारे। सोई सोई सदा सच साहिब साचा साची नाई। है पी होसी जाए न जासी रचना जिन रचाई। रंगी रंगी पाती कर कर जिनसी माया जिन उपाई। कर कर देखै कीता अपना ज्यों तिस दी वडियाई। जो तिस भावै सोई करसी फिर हुक्म ना करना जाई। सो पातशाह साहा पत साहिब नानक रहन रजाई। जो तिस भावै सोई करसी फिर हुक्म ना करना जाई। सो पातशाह साहा पत साहिब नानक रहन रजाई। वाहिगुरु जी का खालसा वाहिगुरु जी की फतेह। परम सन्मानयोग जुगो हो जोगा टल रहमतां दे सागर सदीवी काल वास्ते रहन वाले सतगुरु धन धन श्री गुरु ग्रंथ साहिब सच्चे पातशाह जी दे सजे होए रात वेले दे ये विशेष गुरु के दरबार जिन्हां दियां साध संगत आप समूह माई भाई रल मिल हाजरियां भर रहे हो। गुरु के
ਅੰਮ੍ਰਿਤਮਈ ਬਚਨ ਗੁਰੂ ਸਵਾਰਿਆਂ ਦੇ ਪਾਸੋਂ ਕੀਰਤਨ ਰੂਪ ਦੇ ਰਾਹੀਂ ਸ਼ਰਵਣ ਕਰ ਰਹੇ ਸੀ ਔਰ ਉਸ ਤੋਂ ਉਪਰੰਤ ਇਸ ਪਾਵਨ ਪਵਿੱਤਰ ਗੁਰੂ ਅਸਥਾਨ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਵਿਚਾਰ ਔਰ ਵਿਚਾਰ ਅਧੀਨ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਰਾਗ ਆਸਾ ਦੇ ਅੰਦਰ ਪਾਵਨ ਪਵਿੱਤਰ ਪੌੜੀ ਜੋ ਸਾਡੀ ਵਿਚਾਰ ਦਾ ਵਿਸ਼ਾ ਹੈ, ਉਹ ਪਾਵਨ ਪਵਿੱਤਰ ਪੌੜੀ ਫਿਰ ਆਪ ਸੰਗਤ ਨੇ ਪਾਠ ਰੂਪ ਦੇ ਰਾਹੀਂ ਸ਼ਰਵਣ ਕੀਤੀ ਹੈ। ਕੱਲ੍ਹ ਰੋਜ਼ ਆਪਾਂ ਇਸ ਪਾਵਨ ਪਵਿੱਤਰ ਪੌੜੀ ਦੀ ਵਿਚਾਰ ਪ੍ਰਾਰੰਭੀ ਸੀ ਬਈ ਇਸ ਪੌੜੀ ਦਾ ਭਾਵ ਹੈ ਬਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਹਾਡਾ ਇਹ ਦਰ ਘਰ ਜਿਹੜਾ ਆ ਜਿਹਨੂੰ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ, ਇਹ ਜਹਾਨ, ਇਹ ਸੰਸਾਰ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਿਰਜਿਆ ਹੈ ਔਰ ਇਹ ਉਹਦਾ ਦਰ ਘਰ ਬੜਾ ਵਿਸਮਾਦੀ ਹੈ, ਬੜਾ ਅਸਚਰਜ ਹੈ ਬਈ ਉਹਦੇ ਇਸ ਦਰ ਘਰ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਬੇਅੰਤ ਜੀਵ ਉਹਦੀ ਸਿਫਤ ਕਰ ਰਹੇ ਨੇ, ਉਹਨੂੰ ਗਾ ਰਹੇ ਨੇ, ਉਹਨੂੰ ਧਿਆ ਰਹੇ ਨੇ। ਉਹਨਾਂ ਨੂੰ ਗਾਉਣ ਵਾਲਿਆਂ ਵਿੱਚ ਕਿਹੜੇ ਕਿਹੜੇ ਸ਼ਾਮਲ ਨੇ, ਉਸ ਅਕਾਲ ਪੁਰਖ ਦੀ ਸਿਫਤ ਕਰਨ ਵਾਲਿਆਂ ਵਿੱਚ ਕਿਹੜੇ ਕਿਹੜੇ ਸ਼ਾਮਲ ਨੇ, ਉਹ ਆਪਾਂ ਕੱਲ੍ਹ ਰੋਜ਼ ਤੋਂ ਵਿਚਾਰ ਰੂਪ ਰਾਹੀਂ ਸ਼ਰਵਣ ਕੀਤਾ ਹੈ। ਔਰ ਆਓ ਵਿਚਾਰ ਅਧੀਨ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਜੋ ਅਗਲੇਰੀਆਂ ਪੰਕਤੀਆਂ ਨੇ, ਉਹਨਾਂ ਦੀ ਵਿਚਾਰ ਨਾਲ ਆਪਾਂ ਸਭਨਾਂ ਨੇ ਗੁਰੂ ਕਿਰਪਾ ਸਦਕਾ ਜੁੜਨਾ ਹੈ। ਤੋ ਆਓ ਗੁਰੂ ਸਵਾਰੀ ਸਾਧ ਸੰਗਤ ਵਿਚਾਰਾਂ ਨਾਲ ਰਲ ਮਿਲ ਸਾਂਝ ਬਣਾਉਣ ਤੋਂ ਪਹਿਲਾਂ ਸਰਬੱਤ ਮਾਈ ਭਾਈ ਰਸਨਾ ਦੀ ਪਵਿੱਤਰਤਾ ਦੇ ਲਈ ਆਪਣੀਆਂ ਹਾਜ਼ਰੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਲਵਾਉਣ ਲਈ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਇਸ ਵਿਸਮਾਦੀ ਦਰ ਘਰ ਦੇ ਅੰਦਰ ਗਾਉਣ ਵਾਲੇ ਕਿਹੜੇ ਕਿਹੜੇ ਨੇ, ਕਿਸ ਰੂਪ ਰਾਹੀਂ ਉਗਾ ਰਹੇ ਨੇ। ਜਿੱਥੇ ਹਜ਼ੂਰ ਨੇ ਜ਼ਿਕਰ ਕੀਤਾ ਸੀ ਪੌਣ, ਪਾਣੀ ਔਰ ਅੱਗ ਇਤਿਆਦਿਕ, ਇਹ ਸਾਰੇ ਕਾਦਰ ਦੀਆਂ ਪੈਦਾ ਕੀਤੀਆਂ ਹੋਈਆਂ ਤਾਕਤਾਂ ਉਹਦੇ ਹੁਕਮ ਵਿੱਚ ਆਪਣੀ ਆਪਣੀ ਜ਼ਿੰਮੇਵਾਰੀ ਉਹ ਨਿਭਾ ਰਹੀਆਂ ਨੇ ਔਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਮ੍ਰਿਤ ਬੋਲ ਬਈ ਰੱਬ ਦੀ ਰਜ਼ਾ ਵਿੱਚ ਚੱਲਣਾ ਹੀ ਰੱਬ ਦੀ ਬੰਦਗੀ ਹੈ। ਸਿਫਤ ਸਲਾਹਨ ਤੇਰਾ ਹੁਕਮ ਰਜ਼ਾਈ। ਉਹਦੀ ਸਿਫਤ ਸਲਾਹ ਦੇ ਅਰਥ ਕੀ ਨੇ ਬਈ ਅਕਾਲ ਪੁਰਖ ਵਾਹਿਗੁਰੂ ਉਸ ਰੱਬ ਦੀ ਰਜ਼ਾ ਵਿੱਚ ਚੱਲਣਾ। ਔਰ ਇਹੀ ਕਾਰਨ ਹੈ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਗੁਰਬਾਣੀ ਪੜ੍ਹਦੇ ਹਾਂ ਤਾਂ ਸ਼ੁਰੂਆਤ ਹਜ਼ੂਰ ਨੇ ਇੱਕ ਤੋਂ ਕੀਤੀ ਹੈ। ਇੱਕ ਪਰਮਾਤਮਾ ਇੱਕ ਹੈ ਔਰ ਸਮੁੱਚੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਕਹਿੰਦੀ ਹੈ ਪੜ੍ਹਨ ਵਾਲੇ ਨੂੰ, ਸੁਣਨ ਵਾਲੇ ਨੂੰ ਬਈ ਭਾਈ ਇੱਕ ਤੇਰਾ ਆਧਾਰ ਹੈ, ਇੱਕ ਨੂੰ ਨਾ ਛੱਡੀ। ਬਾਕੀ ਸਮੁੱਚੀ ਗੁਰਬਾਣੀ ਉਸ ਇੱਕ ਦੀ ਵਿਆਖਿਆ ਕਰੇਗੀ। ਇਸ ਲਈ
ਸਾਧ ਸੰਗਤ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦਾ ਪਾਠ ਕਰਨਾ ਹੈ, ਕੇਂਦਰ ਬਿੰਦੂ ਇੱਕ ਹੀ ਚਾਹੀਦਾ ਹੈ, ਇੱਕ ਪ੍ਰਮਾਤਮਾ। ਅਸੀਂ ਜੇ ਉਸ ਇੱਕ ਤੋਂ ਉਲਾਂਭੇ ਹੋ ਜਾਵਾਂਗੇ ਤੇ ਬਾਣੀ ਪੜ੍ਹਦਿਆਂ ਫਿਰ ਵੀ ਉਹ ਗੱਲ ਨਹੀਂ ਬਣਨੀ ਜਿਹੜੀ ਗੁਰੂ ਸਾਹਿਬਾਨ ਸਾਨੂੰ ਬਾਣੀ ਦੇ ਰਾਹੀਂ ਸਮਝਾਉਣਾ ਚਾਹੁੰਦੇ ਨੇ। ਇਸ ਲਈ ਉਸ ਇੱਕ ਨੂੰ ਆਧਾਰ ਬਣਾ ਕੇ ਹਜ਼ੂਰ ਸੱਚੇ ਪਾਤਸ਼ਾਹ ਇੱਥੇ ਅੱਜ ਜ਼ਿਕਰ ਕਰ ਰਹੇ ਨੇ ਵੀ ਹੇ ਵਾਹਿਗੁਰੂ, ਜਿੱਥੇ ਤਮਾਮ ਤੁਹਾਡੀਆਂ ਪੈਦਾ ਕੀਤੀਆਂ ਤਾਕਤਾਂ ਤੁਹਾਨੂੰ ਗਾ ਰਹੀਆਂ ਨੇ, ਧਿਆ ਰਹੀਆਂ ਨੇ, ਉੱਥੇ ਹੇ ਵਾਹਿਗੁਰੂ ਇਹ ਪੌਣ ਪਾਣੀ, ਇਹ ਤਮਾਮ ਪੈਦਾ ਕੀਤੀਆਂ ਹੋਈਆਂ ਤਾਕਤਾਂ ਇਹ ਤੁਹਾਡੀ ਰਜ਼ਾ ਵਿੱਚ ਚੱਲ ਕੇ, ਤੁਹਾਡੇ ਹੁਕਮ ਵਿੱਚ ਚੱਲ ਕੇ ਇਹ ਵੀ ਤੁਹਾਨੂੰ ਗਾ ਰਹੀਆਂ ਨੇ। ਸਿਫਤ ਸਲਾਹਨ ਤੇਰਾ ਹੁਕਮ ਰਜ਼ਾਈ, ਤੇਰੀ ਹੁਕਮ ਤੇਰੀ ਰਜ਼ਾ ਵਿੱਚ ਚੱਲਣਾ ਹੀ ਤੇਰੀ ਬੰਦਗੀ ਹੈ, ਤੇਰੀ ਸਿਫਤ ਹੈ। ਇਹੀ ਕਾਰਨ ਜਦੋਂ ਹਜ਼ੂਰ ਨੇ ਜਪਜੀ ਬਾਣੀ ਦੀ ਸ਼ੁਰੂਆਤ ਕੀਤੀ ਤੇ ਉਹਦੇ ਪ੍ਰਾਰੰਭ ਵਿੱਚ ਇੱਕ ਆਧਾਰ ਦਿੱਤਾ ਸੀ ਸਾਨੂੰ ਬਈ ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਵਿਸ਼ਾ ਇਹ ਹੈ ਵੀ ਜੀਵ ਦੇ ਤੇ ਪ੍ਰਮਾਤਮਾ ਦੇ ਦਰਮਿਆਨ ਜਿਹੜੀ ਕੂੜ ਝੂਠ ਦੀ ਦੀਵਾਰ ਹੈ ਉਹ ਟੁੱਟੇ ਕਿਵੇਂ, ਜੀਵ ਪ੍ਰਮਾਤਮਾ ਵਿੱਚ ਪ੍ਰਮਾਤਮਾ ਦਾ ਰੂਪ ਹੋਏ ਕਿਵੇਂ। ਤੇ ਗੁਰੂ ਸਾਹਿਬ ਨੇ ਇੱਕ ਨਿਕਾਤੀ ਪ੍ਰੋਗਰਾਮ ਸਾਡੇ ਸਮਕਸ਼ ਰੱਖਿਆ ਸੀ ਵੀ ਇੱਕੋ ਹੀ ਤਰੀਕਾ ਹੈ ਉਸ ਅਕਾਲ ਪੁਰਖ ਦੇ ਤੇ ਸਾਡੇ ਦਰਮਿਆਨ ਜਿਹੜੀ ਝੂਠ ਦੀ ਦੀਵਾਰ ਹੈ, ਪਰਦਾ ਹੈ, ਉਹਨੂੰ ਤੋੜਨ ਦਾ ਇੱਕੋ ਹੀ ਤਰੀਕਾ ਹੈ ਵੀ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੋਰ ਕੋਈ ਦੂਜਾ ਤਰੀਕਾ ਨਹੀਂ। ਜਿਨੇ ਅਕਾਲ ਪੁਰਖ ਪਰਮਾਤਮਾ ਤੱਕ ਪਹੁੰਚਣਾ ਹੈ, ਉਹ ਚੱਲਣ ਵਾਲੇ ਨੂੰ ਇਹ ਗੱਲ ਚੇਤੇ ਰੱਖਣੀ ਪੈਗੀ ਵੀ ਮੈਂ ਉਸ ਅਕਾਲ ਪੁਰਖ ਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ, ਉਹਦੇ ਭਾਣੇ ਨੂੰ ਸੱਤ ਕਰਕੇ ਮੰਨਣਾ ਹੈ, ਤਾਂ ਗੱਲ ਬਣਨੀ। ਤੋ ਬੰਦਾ ਇੱਕ ਨਾਲੋਂ ਟੁੱਟ ਕੇ ਹੋਰ ਦੀ ਪੂਜਾ ਵਿੱਚ ਜੁੜ ਗਿਆ। ਹਜ਼ੂਰ ਸੋਦਰ ਦੀ ਪੌੜੀ ਵਿੱਚ ਕਹਿੰਦੇ ਨੇ ਵੀ ਨਹੀਂ, ਇਹ ਜਿਹੜਾ ਵਾਹਿਗੁਰੂ ਦਾ ਵਿਸਮਾਦੀ ਦਰ ਘਰ ਅਕਾਲ ਪੁਰਖ ਨੇ ਸਿਰਜਿਆ, ਜਿਹਦੇ ਵਿੱਚ ਅਸੀਂ ਤੁਸੀਂ ਤਮਾਮ ਜੀਵ ਵਿਚਰ ਰਹੇ ਹਾਂ, ਇਹ ਉਹਦਾ ਦਰ ਘਰ ਹੈ। ਹੋਰ ਕੋਈ ਤਾਂ ਅਸਮਾਨ ਵਿੱਚ ਉਹ ਵੱਖਰਾ ਨਹੀਂ ਕੋਈ ਆਪਣਾ ਘਰ ਬਣਾ ਕੇ ਬੈਠਾ ਬਈ ਉਹ ਕਵੇ ਵੀ ਮੈਂ ਦੁਨੀਆ ਸਿਰਜ ਦਿੱਤੀ ਏ ਤੇ ਮੈਂ ਹੁਣ ਇਹਦੇ ਵਿੱਚ ਨਹੀਂ ਰਹਿਣਾ। ਨਹੀਂ, ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿੱਚ ਇਹ ਹਜ਼ੂਰ ਫਰਮਾਉਂਦੇ ਨੇ ਵੀ ਉਹ ਤਮਾਮ ਪਸਾਰਾ ਪਸਾਰ ਕੇ ਵਿੱਚ ਸ਼ੌਂਕ ਨਾਲ ਆਪਣਾ ਆਸਣ ਜਮਾ ਕੇ ਅਕਾਲ ਪੁਰਖ ਵਾਹਿਗੁਰੂ ਬੈਠੇ ਨੇ। ਇਸ ਲਈ ਹਜ਼ੂਰ ਉਹਦੇ ਦਰ ਘਰ ਵਿੱਚ ਹੋਰ ਕਿਹੜੇ ਕਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਨੇ, ਉਹਦੇ ਵਿੱਚ ਅੱਜ ਹਜ਼ੂਰ ਨੇ ਜ਼ਿਕਰ ਕੀਤਾ ਹੈ। ਕਹਿੰਦੇ ਨੇ ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ। ਸਿੱਧ ਜਿਹੜੇ ਪੁੱਗ ਚੁੱਕੇ ਨੇ, ਜਿਨ੍ਹਾਂ ਨੇ ਘਾਲਣਾ ਘਾਲ ਕੇ ਸਿੱਧੀ ਪ੍ਰਾਪਤ ਕਰ ਲਈ, ਜਿਹੜੇ ਸਫਲ ਹੋ ਗਏ। ਔਰ ਉਹ ਸਿੱਧ ਜਨਮੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਉਹ ਵੀ ਸਮਾਧੀਆਂ ਲਾਉਣ ਵਾਲੇ ਵੀ ਤੁਹਾਡੀ ਸਿਫਤ ਸਲਾਹ ਕਰ ਰਹੇ ਨੇ ਤੁਹਾਡੇ ਦਰ ਘਰ ਦੇ ਅੰਦਰ, ਉਹ ਕੋਈ ਵੱਖਰੇ ਨਹੀਂ। ਉਹ ਵੀ ਜੇ ਆਪਣੀ ਜ਼ੁਬਾਨ ਤੋਂ ਨਾਮ ਲੈ ਰਹੇ ਨੇ ਤੇ ਉਹ ਤੁਹਾਡਾ ਲੈ ਰਹੇ ਨੇ, ਉਹ ਵੀ ਤੁਹਾਡੀ ਸਿਫਤ ਵਿੱਚ ਜੁੜੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਵਾਹਿਗੁਰੂ ਦੀ ਪੈਦਾ ਕੀਤੇ ਹੋਏ ਇਸ ਦਰ ਘਰ ਦੇ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਤੁਹਾਨੂੰ ਜਤੀ ਜਿਹੜੇ ਕਰੈਕਟਰ ਉੱਚੇ ਜੀਵਨ ਦੇ ਮਾਲਕ ਨੇ ਉਹ ਵੀ ਗਾ ਰਹੇ ਨੇ। ਜਤੀ ਸਤੀ ਤੇ ਸੰਤੋਖੀ ਦਾਨੀ ਵੀ ਗਾ ਰਹੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਸੁਭਾਅ ਸੰਤੋਖ ਵਾਲਾ ਬਣ ਗਿਆ ਹੈ, ਉਹ ਸੰਤੋਖੀ। ਹੇ ਵਾਹਿਗੁਰੂ ਤੁਹਾਨੂੰ ਸੰਤੋਖੀ ਵੀ ਗਾ ਰਹੇ ਨੇ ਔਰ ਵੀਰ ਕਰਾਰੇ।
ਬੜੇ ਬੜੇ ਮਹਾਂਬਲੀ ਸੂਰਬੀਰ ਯੋਧੇ ਜਿਨ੍ਹਾਂ ਨੂੰ ਤੁਸੀਂ ਤਾਕਤ ਦਿੱਤੀ ਏ ਔਰ ਤੁਹਾਡੇ ਦਰੋਂ ਘਰੋਂ ਉਹ ਤਾਕਤ ਲੈ ਕੇ ਉਹ ਮਹਾਂਬਲੀ ਸੂਰਬੀਰ ਯੋਧੇ ਵੀ ਤੁਹਾਡੇ ਇਸ ਦਰ ਘਰ ਦੇ ਅੰਦਰ ਤੁਹਾਡੀ ਸਿਫਤ ਤੁਹਾਡੀ ਮਹਿਮਾ ਉਹ ਤੁਹਾਡੇ ਹੁਕਮ ਵਿੱਚ ਚੱਲ ਕੇ ਤੁਹਾਡੀ ਵਡਿਆਈ ਕਰ ਰਹੇ ਹਨ। ਗਾਵਨ ਤੁਧਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ। ਹਜ਼ੂਰ ਨੇ ਗੁਰੂ ਸਵਾਰੀ ਸਾਧ ਸੰਗਤ ਨਾਲ ਬਖਸ਼ਿਸ਼ ਕੀਤੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੇ ਅੰਦਰ ਕੀ ਪੰਡਤ ਕੀ ਰਿਖੀ ਕੀ ਮੁਨੀ ਇਸ ਤਰ੍ਹਾਂ ਦੇ ਤਮਾਮ ਇਹ ਪੰਡਤ ਇਹ ਰਿਖੀ ਇਹ ਮੁਨੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਗਾ ਰਹੇ ਨੇ। ਔਰ ਨਾਲ ਦੀ ਨਾਲ ਹਜ਼ੂਰ ਕਹਿੰਦੇ ਨੇ ਪੰਡਤ ਜਨ ਵੇਦਾਂ ਨਾਲ ਜੁੜ ਕੇ ਵੇਦਾਂ ਦੀ ਵਿਚਾਰ ਕਰਕੇ ਜਿਹੜੇ ਜੁਗਾਂ ਜੁਗਾਂਤਰਾਂ ਤੋਂ ਕਰ ਰਹੇ ਨੇ ਔਰ ਹੇ ਵਾਹਿਗੁਰੂ ਉਹ ਵੇਦਾਂ ਦੇ ਸਮੇਤ ਤੁਹਾਨੂੰ ਗਾ ਰਹੇ ਹਨ ਜੀ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ। ਔਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰ ਘਰ ਦੇ ਅੰਦਰ ਜਿਹੜਾ ਵਿਸਮਾਦੀ ਹੈ ਵਾਹਿਗੁਰੂ ਨੇ ਕਈ ਪ੍ਰਕਾਰ ਦੇ ਜੀਵ ਪੈਦਾ ਕੀਤੇ ਉਹਦੇ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਮਿਹਰ ਕਰ ਰਹੇ ਨੇ ਕਿ ਹੇ ਵਾਹਿਗੁਰੂ ਗਾਵਨ ਤੁਧਨੋ ਮੋਹਨੀਆਂ ਮਨ ਮੋਹਨ ਸੁਰਗ ਮੱਛ ਪਿਆਲੇ। ਵਾਹਿਗੁਰੂ ਜਿਨ੍ਹਾਂ ਤੋਂ ਤੁਸੀਂ ਜੀਵ ਇਸਤਰੀਆਂ ਨੂੰ ਸੁਹੱਪਣ ਦਿੱਤਾ ਹੈ ਔਰ ਉਹ ਮਨ ਨੂੰ ਮੋਹ ਲੈਣ ਵਾਲੀਆਂ ਤਿੰਨਾਂ ਹੀ ਲੋਕਾਂ ਦੇ ਅੰਦਰ ਸੁਰਗ ਲੋਕ ਮਾਤ ਲੋਕ ਪੈਤਾਲ ਲੋਕ ਦੇ ਅੰਦਰ ਹੇ ਵਾਹਿਗੁਰੂ ਉਹ ਵੀ ਤੁਹਾਡੇ ਇਸ ਦਰ ਘਰ ਦੇ ਅੰਦਰ ਤੁਹਾਨੂੰ ਗਾ ਰਹੀਆਂ ਹਨ ਜੀ। ਗਾਵਨ ਤੁਧਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਇਸ ਦਰ ਘਰ ਦੇ ਅੰਦਰ ਜਿਹੜਾ ਵਿਸਮਾਦੀ ਹੈ ਇਹਦੇ ਅੰਦਰ ਬੇਅੰਤ ਰਤਨ ਬੇਅੰਤ ਕੀਮਤੀ ਜਵਾਹਰਾਤ ਜਿਹੜੇ ਉਸ ਵਾਹਿਗੁਰੂ ਨੇ ਆਪਣੀ ਕੁਦਰਤ ਦੇ ਅੰਦਰ ਪੈਦਾ ਕੀਤੇ ਕੁਛ ਕੁਆਂ ਨੂੰ ਜੀਵ ਨੇ ਮਿਹਨਤ ਕਰਕੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰ ਦੱਸ ਦਿੱਤਾ ਵੀ ਇਹ ਬੜਾ ਕੀਮਤੀ ਹੈ ਔਰ ਇਸ ਤੋਂ ਵੀ ਹੋਰ ਕੀਮਤੀ ਰਤਨ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਇਸ ਤਮਾਮ ਰਚੀ ਹੋਈ ਰਚਨਾ ਦੇ ਅੰਦਰ ਪੈਦਾ ਕੀਤੇ ਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਤੁਹਾਨੂੰ ਗਾਵਨ ਤੁਧਨੋ ਰਤਨੋ ਉਪਾਏ ਤੇਰੇ ਤੁਹਾਡੇ ਪੈਦਾ ਕੀਤੇ ਹੋਏ ਕੀਮਤੀ ਰਤਨ ਉਹ ਵੀ ਤੁਹਾਨੂੰ ਗਾ ਰਹੇ ਨੇ ਸਮੇਤ ਗਾ ਰਹੇ ਨੇ ਕਿਹਨਾਂ ਦੇ 68 ਤੀਰਥ ਨਾਲੇ 8 + 60 68 ਅਰਜ਼ ਕੀਤੀ ਸੀ ਜਪਜੀ ਸਾਹਿਬ ਦੀ ਪੌੜੀ ਵਿੱਚ ਵੀ ਗੁਰੂ ਸਵਾਰੀ ਸਾਧ ਸੰਗਤ ਜਿਸ ਖਿੱਤੇ ਵਿੱਚ ਅਸੀਂ ਤੁਸੀਂ ਰਹਿ ਰਹੇ ਹਾਂ ਇਸ ਦੇਸ਼ ਦੇ ਅੰਦਰ 68 ਤੀਰਥਾਂ ਦੇ ਮੁਤਲਕ ਬੜੀ ਵਿਚਾਰ ਹੈ ਔਰ ਇਹ ਪ੍ਰਚਾਰਿਆ ਗਿਆ ਬਈ 68 ਤੀਰਥਾਂ ਤੇ ਕੱਲੇ ਕੱਲੇ ਤੀਰਥ ਦੇ ਉੱਪਰ ਜਾ ਕੇ ਨਹਾਉਣਾ ਉੱਥੇ ਚੁੱਭੀ ਮਾਰਨੀ ਉਹਦਾ ਵੱਖਰਾ ਹੀ ਆਨੰਦ ਹੈ ਵੀ ਫਲਾਣੇ ਤੀਰਥ ਤੇ ਜਾ ਕੇ ਚੁੱਭੀ ਮਾਰੋ ਉੱਥੇ ਆ ਕੁਝ ਮੰਗੋ ਇਹ ਕੁਝ ਮਿਲਦਾ ਹੈ ਫਲਾਣੇ ਤੀਰਥ ਤੇ ਜਾਓ 68 ਤੀਰਥਾਂ ਦੀ ਇੱਦਾਂ ਗਿਣਤੀ ਕੀਤੀ ਬਈ ਬੰਦੇ ਨੇ ਸਾਰੀ ਜ਼ਿੰਦਗੀ ਪਾਪ ਕਰਮ ਕਮਾ ਲਏ ਹੁਣ ਉਹ ਪਾਪ ਕੀਤੇ ਹੋਏ ਕਰਮ ਇਹਨੂੰ ਡਰਾਉਂਦੇ ਨੇ ਵੀ ਹਾਏ ਮੈਂ ਕੋਈ ਜ਼ਿੰਦਗੀ ਭਰ ਚੰਗਾ ਨਹੀਂ ਕੀਤਾ ਤੇ ਮੇਰੇ ਵਰਗੇ 18 ਤੀਰਥਾਂ ਤੇ ਬੈਠਣ ਵਾਲਿਆਂ ਨੇ ਪ੍ਰਚਾਰ ਇਹ ਕੀਤਾ ਵੀ ਜੇ ਤੁਸੀਂ ਮਾੜੇ ਕਰਮ ਕਰਕੇ ਪਾਪ ਕਮਾਏ ਨੇ ਤੇ ਫਲਾਣਾ ਤੀਰਥ ਤੁਹਾਡੀ ਵੇਟ ਕਰ ਰਿਹਾ ਆਓ ਮਾਰੋ ਚੁੱਭੀ ਦਿਓ ਦਾਨ ਪੁੰਨ ਤੇ ਚੁੱਭੀ ਮਾਰਨ ਨਾਲ ਸਾਰਾ ਕੁਝ ਕੀਤਾ ਹੋਇਆ ਤੁਹਾਡਾ ਕਰਮ ਜਿਹੜਾ ਪਾਪ ਹੈ ਉਹ ਬਿਲਕੁਲ ਫਰੈਸ਼ ਹੋ ਜਾਏਗਾ ਤੇ ਮੁੱਢੋਂ ਪਾਣੀ ਫਿਰ ਧਰ ਲਓ ਜਾ ਕੇ ਉਹੀ ਪਾਪ ਉਹੀ ਸਭ ਕੁਝ। ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਵੀ ਇੱਦਾਂ ਕਿਸੇ ਤੀਰਥ ਕੋਲ ਤਾਕਤ ਨਹੀਂ ਵੀ ਉਹ ਬੰਦੇ ਦੇ ਕੀਤੇ ਹੋਏ ਮਾੜੇ ਕਰਮ ਨੂੰ ਇੱਦਾਂ ਚੁੱਭੀ ਮਾਰੀਏ ਤੇ ਉਹ ਕਵੇ ਵੀ ਲਿਆ ਮਾੜੇ ਦੇ ਮੇਰੇ ਕੋਲ ਚੰਗੇ ਲੈ ਜਾ। ਇੱਦਾਂ ਤੁਸੀਂ ਹਿੰਦੁਸਤਾਨ ਦੀ ਬਾਤ ਛੱਡੋ ਸਮੁੱਚੀ ਦੁਨੀਆ 'ਤੇ ਕੋਈ ਇੱਦਾਂ ਦੀ ਨਦੀ ਦਰਿਆ ਟੋਬਾ ਨਹੀਂ ਜਿੱਥੇ ਜਾ ਕੇ ਬੰਦਾ ਇਹ
ਕਵੇ ਵੀ ਮੈਂ ਇੱਥੇ ਚੁੱਭੀ ਮਾਰੀ ਤੇ ਮੇਰੇ ਸਾਰੇ ਕੀਤੇ ਪਾਪ ਕਰਮ ਦਗਦ ਹੋ ਗਏ, ਤੇ ਦੁਬਾਰਾ ਫਿਰ ਉਹ ਨਵੇਂ ਸਿਰਿਓਂ ਕੰਮ ਸ਼ੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਵੀ ਬੰਦਿਆ ਤੇਰੇ ਕੀਤੇ ਹੋਏ ਜਿਹੜੇ ਪਾਪ ਕਰਮ ਨੇ, ਅੰਮ੍ਰਿਤ ਬਾਣੀ ਵਿੱਚੋਂ ਬੋਲ, ਅਸੀਂ ਤੁਸੀਂ ਰੋਜ਼ਾਨਾ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਹਜ਼ੂਰ ਦਾ ਉਹ ਪਾਵਨ ਬੋਲ ਹੈ ਵੀ ਭਰੀਐ ਹੱਥ ਪੈਰ ਤਨ ਦੇ। ਅਸੀਂ ਤੁਸੀਂ ਘਰੋਂ ਖੇਤ ਕਿਸੇ ਕੰਮ ਧੰਦੇ ਗਏ ਹਾਂ, ਕਈ ਦਾ ਕੰਮ ਕਰਦੇ ਰਹੇ, ਮਿੱਟੀ ਉੱਡ ਕੇ ਸਾਰੇ ਸਰੀਰ ਤੇ ਪੈ ਗਈ, ਹੱਥ ਵੀ ਲਿਬੜ ਗਏ, ਪੈਰ ਵੀ ਲਿਬੜ ਗਏ, ਸਰੀਰ ਤੇ ਪਹਿਨੇ ਬਸਤਰ ਵੀ ਲਿਬੜ ਗਏ। ਕੀ ਕਰਦੇ ਹਾਂ ਅਸੀਂ? ਉਹ ਘਰ ਆ ਕੇ ਨਲਕੇ ਤੋਂ ਟੂਟੀ ਤੋਂ ਪਾਣੀ ਲੈ ਕੇ ਮੂੰਹ ਵੀ ਧੋ ਲੈਂਦੇ ਹਾਂ, ਹੱਥ ਵੀ ਧੋ ਲੈਂਦੇ ਹਾਂ, ਪੈਰ ਵੀ ਧੋ ਲੈਂਦੇ ਹਾਂ। ਲੱਗੀ ਹੋਈ ਮਿੱਟੀ ਜਿਹੜੀ ਖੇਹ ਹੈ ਉਹ ਪਾਣੀ ਉਤਾਰ ਦਿੰਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜੇ ਸਰੀਰ ਦੇ ਇਹ ਅੰਗ ਮਿੱਟੀ ਲੱਗ ਜਾਏ, ਭਰ ਜਾਣ ਮਿੱਟੀ ਨਾਲ, ਇਹ ਧੁੱਪ ਸਕਦੇ ਨੇ ਪਾਣੀ ਨਾਲ। ਪਾਣੀ ਲੈ ਕੇ ਅਸੀਂ ਪਿੰਡੇ ਤੇ ਪਾ ਲਈਏ 2-4 ਮੱਗ ਤੇ ਲੱਗੀ ਮਿੱਟੀ ਉਤਰ ਜਾਂਦੀ ਹੈ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ। ਔਰ ਇੱਥੋਂ ਤੱਕ ਵੀ ਮਾਂ ਦਾ ਨਵਜਾਤ ਬੱਚਾ ਹੈ, ਉਹਨੂੰ ਨਹੀਂ ਪਤਾ ਸਰੀਰਕ ਕਿਰਿਆ ਦਾ, ਉਹ ਕਈ ਵਾਰ ਬਿਸਤਰ ਦੇ ਉੱਪਰ ਹੀ ਪਿਸ਼ਾਬ ਕਰ ਦਿੰਦਾ ਹੈ ਔਰ ਉਹ ਪਹਿਨਿਆ ਹੋਇਆ ਕੀਮਤੀ ਬਸਤਰ ਜਿਹੜਾ ਉਪਲੀਤ ਹੋ ਜਾਂਦਾ ਹੈ। ਮਾਂ ਕੀ ਕਰਦੀ? ਮਾਂ ਉਸ ਬਸਤਰ ਨੂੰ ਲੈ ਕੇ ਪਾਣੀ ਦੇ ਵਿੱਚ ਸਾਬਣ ਮਲ ਕੇ ਉਹੀ ਕੱਪੜੇ ਨੂੰ ਧੋ ਕੇ ਫਿਰ ਕਿੱਲੀ ਤੇ ਤਾਰ ਤੇ ਪਾ ਦਿੰਦੀ, ਅਗਲੇ ਦਿਨ ਫਿਰ ਉਹ ਵਰਤੋਂ ਵਿੱਚ ਆ ਜਾਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ, ਕੋਈ ਇਸ ਤਰ੍ਹਾਂ ਪਹਿਨਿਆ ਬਸਤਰ ਕਿਤੇ ਖਰਾਬ ਹੋ ਜਾਏ ਤੇ ਉਹਨੂੰ ਧੋਣ ਦਾ ਤਰੀਕਾ ਕੀ ਹੈ? ਦੇ ਸਾਬੂਨ ਲਈਏ ਉਹ ਧੁੱਪ ਜਾਂਦਾ ਹੈ। ਹੁਣ ਇਹ ਤਾਂ ਸਰੀਰ ਦੇ ਕੱਪੜੇ ਤੇ ਸਰੀਰ ਦੇ ਅੰਗਾਂ ਦੀ ਗੱਲ ਵੀ ਜੇ ਇਹ ਲਿਬੜ ਜਾਣ ਤੇ ਪਾਣੀ ਹੈ ਤੇ ਘਰ ਵਿੱਚ ਪਿਆ ਸਾਬੁਣ ਹੈ। ਹੁਣ ਇਹ ਤੋਂ ਅੱਗੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਕਿਤੇ ਮੱਤ ਪਾਪਾਂ ਨਾਲ ਲਿਬੜ ਜਾਏ ਤਾਂ, ਹੁਣ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਕਿਤੇ ਨਹੀਂ ਕਹਿੰਦੇ ਵੀ ਇਹਨੂੰ ਵੀ ਇਸੇ ਤਰ੍ਹਾਂ ਵਾਸ਼ਿੰਗ ਮਸ਼ੀਨ 'ਚ ਸਿਰ ਪਰਨੇ ਹੋ ਕੇ ਪੈ ਜਾ, ਉੱਪਰੋਂ ਪਾਊਡਰ ਪਾ ਲਾ, ਉੱਪਰੋਂ ਜਾਂ ਸਰਫ ਪਾ ਲਾ ਤੇ 2-4 ਗੇੜੇ ਲਿਆ ਤੇ ਇਹ ਵੀ ਧੁੱਪ ਜੇਗੀ। ਪਾਣੀ ਨਾਲ ਨਹੀਂ ਧੁੱਪਣੀ, ਇਹ ਕਾਹਦੇ ਨਾਲ ਧੁੱਪਣੀ ਹੈ? ਹਜ਼ੂਰ ਸੱਚੇ ਪਾਤਸ਼ਾਹ ਬਾਣੀ ਵਿੱਚ ਜ਼ੋਰ ਦੇ ਕੇ ਕਹਿੰਦੇ ਨੇ ਭਰੀਐ ਮੱਤ ਪਾਪਾਂ ਕੈ ਸੰਗ। ਜੇ ਮੱਤ ਮੈਲੀ ਹੋ ਗਈ ਏ, ਕਰਮੀ ਇਦਾਂ ਦੇ ਕਮਾਏ ਤੇ ਇਹ ਪਾਣੀ ਨਾਲ ਨਹੀਂ ਧੁੱਪਣੀ। ਮਹਾਰਾਜ ਦੱਸੋ ਕਾਹਦੇ ਨਾਲ ਧੁੱਪਣੀ ਹੈ? ਕਹਿੰਦੇ ਉਹ ਧੁੱਪ ਹੈ ਨਾ ਮੈਂ ਕਹਿ, ਇਹ ਧੁੱਪਣੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਬਦੌਲਤ ਧੁੱਪਣੀ ਹੈ। ਤੇ ਬੰਦਾ ਸੋਚਦਾ ਵੀ ਜੇ ਸਰੀਰ ਤੇ ਮਿੱਟੀ ਲੱਗ ਜੇ ਪਾਣੀ ਧੋ ਦਿੰਦਾ। ਇਹਨੇ ਸੋਚਿਆ ਵੀ ਕੋਈ ਗੱਲ ਨਹੀਂ, ਤੀਰਥ ਤੇ ਜਾ ਕੇ ਚੁੱਭੀ ਮਾਰਾਂਗੇ ਤੇ ਸ਼ਾਇਦ ਜਿਹੜੇ ਜਿਹੜੇ ਮੈਂ ਕੰਮ ਕਰ ਚੁੱਕਾ ਮਾੜੇ, ਮੱਤ ਮੈਲੀ ਹੋ ਗਈ ਏ ਤੇ ਧੁੱਪ ਜਾਏਗੀ। ਪਰ ਐਸਾ ਨਹੀਂ ਹੋਣਾ। ਇਹਨੂੰ ਧੋਣ ਦਾ ਇੱਕੋ ਇੱਕ ਜਰੀਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਿੱਤਾ ਵੀ ਤੂੰ ਰੱਬ ਵਾਲੇ ਪਾਸੇ ਜੁੜ, ਰੱਬ ਦੀ ਰਜ਼ਾ ਵਿੱਚ ਚੱਲ ਔਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਰ ਵਕਤ ਆਪਣੇ ਸਿਰ ਤੇ ਹਾਜ਼ਰ ਨਾਜ਼ਰ ਜਾਣ। ਇਹ ਤਾਂ ਧੁੱਪ ਨਹੀਂ ਹੈ। ਤਾਂ ਇਹ ਸੁਚੇਤ ਰਹਿ ਗਈ ਵੀ ਨਹੀਂ, ਮੇਰਾ ਅਕਾਲ ਪੁਰਖ ਵਾਹਿਗੁਰੂ ਸੱਦ ਸੁਣਦਾ ਹੈ, ਸੱਦ ਬੋਲਦਾ ਹੈ, ਉਹ ਸਦਾ ਵੇਖ ਰਿਹਾ ਹੈ। ਤੇ ਕਿਉਂ ਉਹਦੇ ਸਾਹਮਣੇ ਮੁੱਕਰ ਜਾਗੇ ਵੀ ਮਹਾਰਾਜ ਆਹ ਕੁਕਰਮ ਮੈਂ ਨਹੀਂ ਕੀਤਾ, ਪਾਪ ਮੈਂ ਨਹੀਂ ਕੀਤਾ। ਜਦੋਂ ਹੁਕਮ ਰਜ਼ਾਈ ਚੱਲਾਂਗੇ ਉਹਦੀ ਰਜ਼ਾ ਵਿੱਚ, ਮਨ ਕੋਈ ਬੁਰਾ ਕਰਨ ਦਾ ਖਿਆਲ ਵੀ ਪੈਦਾ ਕਰੇਗਾ ਤੇ ਸਿਰ ਤੇ ਖੜੋਤਾ ਹੋਇਆ ਸਾਈਂ ਜਦੋਂ ਚੇਤੇ ਆਏਗਾ ਤੇ ਉਦੋਂ ਇਹ ਛਿੱਥਾ ਪੈ ਜਾਏਗਾ, ਨਹੀਂ ਦੁਨੀਆ ਤੋਂ ਲੁਕਾ ਲੇਗਾ, ਰੱਬ ਤਾਂ ਵੇਖ ਰਿਹਾ ਹੈ ਨਾ। ਤੁਸੀਂ ਕਦੀ ਦੇਖੋ ਅੱਜ ਕੱਲ੍ਹ ਨਵਾਂ ਇੱਕ ਸਿਸਟਮ ਆਜ਼ਾਦ ਹੋਇਆ ਹੈ, CCTV ਕੈਮਰਾ। ਵੇਖੋ ਕਈਆਂ ਨੇ ਨਾ ਇਹਦੇ ਹੋਰ ਨਾ ਅਰਥ ਕੱਢ ਲਿਓ, ਕਈਆਂ ਨੇ ਆਪਣੇ ਘਰ ਤੇ ਐਵੇਂ ਲੋਕਾਂ ਨੂੰ ਡਰਾਉਣ ਵਾਸਤੇ ਉੱਦਾਂ ਕੱਲਾ ਹੀ ਮਾੜੀ ਜਿਹੀ ਕੇਵਲ 2 ਕੁ ਹੱਥ ਲਾ ਕੇ ਤੇ ਉਹ ਛੁਪਾ ਕੇ ਟੰਗਿਆ ਵੀ ਜਦੋਂ ਕੋਈ ਆ ਕੇ ਵੇਖੇਗਾ ਉਹਦੇ ਮਨ 'ਚ ਖਿਆਲ ਵੀ ਕੋਈ ਚੀਜ਼ ਚੁੱਕਣ ਦਾ
ਤੇ ਇੱਕਦਮ ਕੈਮਰੇ ਲੱਗੇ ਨੂੰ ਵੇਖ ਕੇ ਨੀਅਤ ਉਸੇ ਵੇਲੇ ਬਦਲ ਜਾਏਗੀ। ਕਿਉਂ? ਵੀ ਮੇਰਾ ਸਭ ਕੁਝ ਰਿਕਾਰਡਿੰਗ ਹੋ ਰਿਹਾ ਹੈ, ਕੈਮਰੇ ਦਾ ਡਰ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਵਾਹਿਗੁਰੂ ਜਾਣੇ ਜਿਨ੍ਹਾਂ ਨੇ ਲਵਾ ਲਏ, ਜਿਨ੍ਹਾਂ ਨਹੀਂ ਲਵਾਏ, ਪਰ ਤੇਰੇ ਉੱਪਰ ਹਰ ਵਕਤ ਅਕਾਲ ਪੁਰਖ ਵਾਹਿਗੁਰੂ ਦੀ ਨਿਗਾਹ ਰੂਪੀ ਕੈਮਰਾ ਚੱਲ ਰਿਹਾ। ਤੂੰ ਭਾਵੇਂ ਤਹਿਖਾਨਾ ਪੁੱਟ ਕੇ ਵੀ ਕੋਈ ਕਰਮ ਕਰ ਲੈ ਨਾ, ਤੇ ਵਾਹਿਗੁਰੂ ਦਾ ਖੂਫੀਆ ਤੰਤਰ ਐਡਾ ਜ਼ਬਰਦਸਤ ਹੈ ਬਈ ਤੇਰੇ ਹਰ ਪਲ ਦੀ ਰਿਕਾਰਡਿੰਗ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਤੋਂ ਬਚ ਨਹੀਂ ਸਕਦੀ। ਤੂੰ ਹਰ ਵਕਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਨਾਲ ਅੰਗ ਸੰਗ ਜਾਣ। ਜਦੋਂ ਇਸ ਪ੍ਰਕਾਰ ਤੁਰਾਂਗੇ, ਮਨ 'ਚ ਫੁਰਨਾ ਆਏ ਤੇ ਇਹ ਵੀ ਸਮਝ ਜੇ ਵੀ ਅਕਾਲ ਪੁਰਖ ਵਾਹਿਗੁਰੂ ਮੈਨੂੰ ਵੇਖ ਰਿਹਾ, ਚਲੋ ਹੋਰ ਨਹੀਂ ਕੋਈ ਵੇਖ ਰਿਹਾ, ਤਾਂ ਫਿਰ ਬੁਰਾ ਕਰਮ ਕਰਨ ਵਾਲੇ ਪਾਸਿਓਂ ਇਹ ਮਨ ਮੁੜੇਗਾ। ਜਦੋਂ ਮੁੜੇਗਾ ਇਹਨੂੰ ਫਿਰ ਤੀਰਥਾਂ ਵਾਲੇ ਪਾਸੇ ਭੱਜਣ ਦੀ ਲੋੜ ਨਹੀਂ। ਕਿਉਂ ਨਹੀਂ ਲੋੜ? ਕਿਉਂਕਿ ਤੀਰਥ ਵੱਡੇ ਨਹੀਂ, ਤੀਰਥ ਵੱਡੇ ਨਹੀਂ। ਅਸਲ ਵਿੱਚ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤਮਾਮ ਪਸਾਰਾ ਪਸਾਰ ਦਿੱਤਾ ਹੈ ਉਹ ਵੱਡਾ ਹੈ। ਜਿਹੜਾ ਵੱਡਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਵੀ ਉਸ ਵੱਡੇ ਨਾਲ ਜੁੜ। ਪੜ੍ਹਦੇ ਹੋ ਨਾ ਬਚਨ ਆਸਾ ਜੀ ਦੀ ਵਾਰ ਵਿੱਚੋਂ ਕਿ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਜਿਹੜਾ ਵੱਡਾ ਹੈ, ਜਿਹਦੀਆਂ ਬੇਅੰਤ ਵਡਿਆਈਆਂ ਨੇ, ਵੀ ਜੇ ਬਿਆਨ ਕਰਨ ਲੱਗੀਏ ਤੇ ਕੀ ਕਰਾਂਗੇ, ਕੁਛ ਵੀ ਨਹੀਂ ਕਰ ਸਕਦੇ। ਤਮਾਮ ਏਡਾ ਵੱਡਾ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਤੁਹਾਡੇ ਇਸ ਦਰ ਘਰ ਦੇ ਅੰਦਰ 68 ਤੀਰਥ ਵੀ ਤੁਹਾਨੂੰ ਗਾ ਰਹੇ ਨੇ, ਧਿਆ ਰਹੇ ਨੇ। ਹੁਣ ਇਹਦੇ ਅਰਥ ਕਰਿਓ ਬਈ ਤੀਰਥ ਵੱਡੇ ਨੇ ਕਿ ਤੀਰਥ ਜਿਹਨੂੰ ਗਾ ਰਹੇ ਨੇ ਉਹ ਵੱਡਾ ਹੈ। ਗੁਰੂ ਸਾਹਿਬ ਦਾ ਜਿਹੜਾ ਨੁਕਤਾ ਹੈ ਨਾ ਇੱਕ ਦੇ ਨਾਲ ਜੋੜਨ ਦਾ, ਉਹਦੇ ਵਿੱਚ ਸਾਡੇ ਸਾਹਮਣੇ ਨਾ ਸਪਸ਼ਟ ਕਰ ਦਿੰਦੇ ਨੇ ਵੀ ਤੂੰ ਇੱਕ ਨਾਲ ਜੁੜਨਾ ਹੈ। ਤੇ ਜੁੜਿਆ ਤੂੰ ਨਦੀਆਂ ਨਾਲਿਆਂ ਨਾਲ ਬੈਠਾ ਵੀ ਉੱਥੇ ਨਾ ਆਵਾਂ, ਉਹ ਵੀ ਨਾ ਰਹਿ ਜਾਏ, ਉਹ ਵੀ ਨਾ ਰਹਿ ਜਾਏ। ਪਰ ਤੈਨੂੰ ਇੱਕ ਗੱਲ ਦੱਸ ਦਈਏ, ਇਹ ਤੀਰਥ ਕੋਈ ਨਹੀਂ ਵੱਡੇ, ਇਹ ਤੀਰਥ ਵੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਗਾ ਰਹੇ ਨੇ। ਇੱਧਰ ਨਾ ਭੱਜ, ਬਲਕਿ ਜਿਹਦੇ ਦਰ ਤੇ ਖਲੋਤੇ ਇਹ ਜਿਹਨੂੰ ਗਾ ਰਹੇ ਨੇ, ਤੇਰਾ ਵੀ ਕਰਮ ਬਣਦਾ ਹੈ ਬਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਸੁਰਤ ਵਿੱਚ, ਬਿਰਤ ਵਿੱਚ ਹਰ ਵਕਤ ਚੇਤੇ ਰੱਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰੋ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਨੂੰ ਗਾ ਰਹੇ ਨੇ। ਤੁਹਾਡੇ ਇਸ ਦਰ ਘਰ ਦੇ ਅੰਦਰ ਬੜੇ ਬੜੇ ਯੋਧੇ, ਬੜੇ ਬੜੇ ਮਹਾਬਲੀ, ਬੜੇ ਬੜੇ ਕਹਿੰਦੇ ਕਹਾਉਂਦੇ ਸੂਰਮੇ, ਤੇ ਸੂਰਮਿਆਂ ਤੋਂ ਇਲਾਵਾ ਹੇ ਵਾਹਿਗੁਰੂ ਗਾਵੇਂ ਖਾਣੀ ਚਾਰੇ। ਚਾਰ ਖਾਣੀਆਂ, ਅੰਡਜ ਜੇਰਜ ਸੇਤਜ ਉਤਪੁਜ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਚਾਰ ਹੀ ਨਹੀਂ ਮੰਨੀਆਂ। ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਹਿੰਦੀ ਵੀ ਅਸੀਂ ਅਕਾਲ ਪੁਰਖ ਦੇ ਸਿਰਜੇ ਹੋਏ ਇਸ ਸਿਰਜਣਾ ਦੀ ਗਿਣਤੀ ਮਿੰਤੀ ਕਰਨੀ ਅਸੀਂ ਤੁਰੇ। ਸਾਡਾ ਵਿਸ਼ਾ ਬਾਣੀ ਕਰ ਕਹਿੰਦੇ ਉਸ ਬੇਅੰਤ ਵਿੱਚ ਸਮਾਉਣਾ ਹੈ, ਨਾ ਕਿ ਜੋ ਬੇਅੰਤ ਨੇ ਪਸਾਰਾ ਪਸਾਰਿਆ ਹੈ ਅਸੀਂ ਕਾਪੀ ਪੈਨ ਲੈ ਕੇ ਉਹਦਾ ਹਿਸਾਬ ਕਿਤਾਬ ਕਰਦੇ ਫਿਰੀਏ ਵੀ ਕਿੰਨੇ ਤਰੀਕੇ ਨੇ ਰੱਬ ਦੇ ਜੀਵਾਂ ਨੂੰ ਪੈਦਾ ਕਰਨ ਦੇ, ਕਿੰਨੇ ਪ੍ਰਕਾਰ ਦੀਆਂ ਜੂਨਾਂ ਨੇ ਲਿਆਓ ਲਿਖੀਏ। ਇਹ ਇੱਕ ਹੋਰ ਨਜ਼ਰੀਆ ਹੈ। ਇੱਕ ਉਸ ਤਮਾਮ ਵਿਸ਼ਾਲ ਪਸਾਰੇ ਹੋਏ ਪਸਾਰੇ ਨੂੰ ਵੇਖ ਕੇ ਉਹਦੇ ਵਿੱਚ ਮਗਨ ਹੋ ਜਾਣਾ, ਉਹਦੇ ਤੋਂ ਸਦਕੇ ਹੋ ਜਾਣਾ, ਇੱਕ ਵੱਖਰਾ ਵਿਸ਼ਾ ਹੈ। ਇੱਕ ਬਾਹਰ ਬੈਠੇ ਉਹਦਾ ਅੰਦਾਜ਼ਾ ਜਿਹਾ ਲਾਉਣਾ ਵੀ ਕੀ ਹੈ, ਕਿਵੇਂ ਹੈ, ਇੱਕ ਵੱਖਰਾ ਵਿਸ਼ਾ ਹੈ। ਇਹੀ ਕਾਰਨ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਜਦੋਂ ਪਾਠ ਦਰਸ਼ਨ ਦੀਦਾਰ ਕਰਦੇ ਹੋ ਨਾ, ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਵਕਤ ਦੇ ਉਹਨਾਂ ਤਿੰਨਾਂ ਧਰਮ ਦੇ ਆਗੂਆਂ ਦਾ ਜ਼ਿਕਰ ਕੀਤਾ ਹੈ ਅੰਮ੍ਰਿਤ ਬਾਣੀ ਵਿੱਚ। ਕੀ ਜ਼ਿਕਰ ਕੀਤਾ ਹੈ ਬਈ ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡੀ ਠੀਕ ਠੀਕ ਜਿਹੜਾ ਮਾਪ ਹੈ ਨਾ, ਠੀਕ ਠੀਕ ਓੜਕ ਅਖੀਰ, ਬਈ ਕੀ ਕੁਛ ਹੈ।
ਇਹ ਅਜੇ ਤੱਕ ਕੋਈ ਵੀ ਨਹੀਂ ਦੱਸ ਸਕਿਆ। ਪਾਰਲਾ ਬੰਨਾ ਵੀ ਕੀ ਏ, ਔਰ ਕਈ ਤੁਰੇ ਇਸੇ ਵਿਸ਼ੇ ਤੋਂ। ਕਿਹੜੇ ਕਿਹੜੇ ਸਨ? ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਬਾਣੀ ਦਾ ਉਹ ਬੋਲ ਹੈ ਵੀ ਹਰ ਕੀ ਗਤ ਨੇ ਕੋਉ ਜਾਣੈ। ਗਤ ਦਾ ਅਰਥ ਹੈ ਵੀ ਉਹਦਾ ਮਾਪ ਕੀ ਕੁਛ ਹੈ, ਦੱਸਣਾ ਆ ਕੇ ਵੀ ਆਹ ਕੁਛ ਹੈ। ਆ ਅਸੀਂ ਤੁਸੀਂ ਕਿਸੇ ਇਲਾਕੇ ਵਿੱਚ ਚਲੇ ਜਾਈਏ ਕਿਸੇ ਕੰਮ ਧੰਦੇ ਤੇ, ਫਿਰ ਆ ਕੇ ਪਰਿਵਾਰ ਨੂੰ ਦੱਸੀਦਾ ਨਾ ਵੀ ਉੱਥੇ ਇੱਦਾਂ ਦੇ ਪਰਬਤ ਸੀ, ਇੱਦਾਂ ਦੀ ਹਰਿਆਵਲੀ। ਥੋੜ੍ਹਾ ਥੋੜ੍ਹਾ ਬੰਦਾ ਉੱਦਾਂ ਦਾ ਗੈਸ ਦੱਸਦਾ ਵੀ ਇੱਦਾਂ ਇੱਦਾਂ ਹੈ, ਕਿਉਂਕਿ ਉੱਥੇ ਜਾ ਕੇ ਆਇਆ। ਇਸੇ ਤਰ੍ਹਾਂ ਕੁਝ ਤੁਰੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਥੋੜ੍ਹਾ ਬਹੁਤਾ ਅੰਦਾਜ਼ਾ ਅਸੀਂ ਵੀ ਦੱਸਦੇ ਹਾਂ ਵੀ ਕੀ ਕੁਛ ਹੈ। ਜਿਹੜੇ ਤੁਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਵੀ ਉਹ ਆ ਕੇ ਕੁਝ ਦੱਸਣ ਜੋਗੇ ਹੋਏ ਜਾਂ ਨਹੀਂ, ਇਹ ਅਗਲੀਆਂ ਪੰਕਤੀਆਂ ਖੁਲਾਸਾ ਕਰ ਰਹੀਆਂ ਨੇ। ਕਹਿੰਦੇ ਹਰ ਕੀ ਗਤ ਨੇ ਕੋਉ ਜਾਣੈ ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਗ ਸਿਆਣੇ। ਗੁਰੂ ਸਾਹਿਬ ਕਹਿੰਦੇ ਜੋਗੀ ਵਿਚਾਰਾ ਵੀ ਤੁਰਿਆ ਵੀ ਕੋਈ ਗੱਲ ਨਹੀਂ, ਮੈਂ ਆ ਕੇ ਤੁਹਾਨੂੰ ਦੱਸਾਂਗਾ, ਘਬਰਾਓ ਨਾ ਵੀ ਕੀ ਕੁਛ ਹੈ। ਜਤੀ ਵੀ ਤੁਰਿਆ, ਤਪੀ ਵੀ ਤੁਰਿਆ ਵੀ ਕੋਈ ਗੱਲ ਨਹੀਂ, ਮੇਰੇ ਤਪ ਵੇਖ ਕੇ ਰੱਬ ਮੇਰੇ ਤੇ ਤਰਸ ਖਾ ਕੇ ਦੱਸ ਜੂਗਾ ਵੀ ਪੁੱਤਰਾ ਕਾਹਨੂੰ ਐਵੇਂ ਸਰੀਰ ਨੂੰ ਕੋਈ ਜਾਣਾ ਹੈ, ਤੂੰ ਲੋਕਾਂ ਨੂੰ ਦੱਸਣਾ ਹੈ, ਜਾ ਜਾ ਕੇ ਦੱਸ ਦੇ ਵੀ ਆਹ ਕੁਝ ਹੈ। ਪਰ ਐਸਾ ਨਹੀਂ ਹੋਇਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜੋਗੀ ਜਤੀ ਤਪੀ ਪਚ ਹਾਰੇ ਜਿੱਤੇ ਨਹੀਂ ਗਏ। ਜਿੱਤ ਕੇ ਉਹ ਆਉਂਦਾ ਜਿਹੜਾ ਕਵੇ ਵੀ ਮੈਂ ਪਾਰਲਾ ਬੰਨਾ ਵੇਖ ਆਇਆ ਵੀ ਆਹ ਕੁਛ ਜੇ, ਪਰ ਗਏ ਹੋਏ ਵਾਪਸ ਮੁੜੇ ਹੀ ਕੋਈ ਨਹੀਂ, ਆ ਕੇ ਦੱਸਣ ਜੋਗੇ ਰਹੇ ਹੀ ਨਹੀਂ ਵੀ ਕੀ ਦੱਸਾਂਗੇ। ਇੱਥੇ ਬਸ ਨਹੀਂ, ਕਹਿੰਦੇ ਅਰਬੋ ਲੋਕ ਸਿਆਣੇ, ਬੜੇ ਬੜੇ ਕਹਿੰਦੇ ਕਹਾਉਂਦੇ ਸਿਆਣੇ ਆਲਮ ਫਾਜ਼ਲ, ਬਈ ਅਸੀਂ ਦੱਸਦੇ ਹਾਂ, ਅਸੀਂ ਵਿਖਿਆਨ ਕਰਾਂਗੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਾਰਲਾ ਕਿਨਾਰਾ ਲੱਭਣ ਗਏ ਉਹ ਵੀ ਵਾਪਸ ਆ ਕੇ ਦੱਸਣ ਜੋਗੇ ਨਹੀਂ ਰਹੇ। ਛਿੱਤੇ ਪੈ ਗਏ ਵੀ ਕੀ ਦੱਸੀਏ, ਉਹ ਤਾਂ ਹੈ ਹੀ ਬੇਅੰਤ ਹੈ। ਅਜੇ ਤੱਕ ਗੁਰੂ ਸਵਾਰੀ ਸਾਧ ਸੰਗਤ ਜੋ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਇਸ ਦਰ ਘਰ ਵਿੱਚ ਆਪ ਸਾਰਾ ਪਸਾਰਿਆ, ਜੋ ਅਸੀਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਾਂ, ਅਜੇ ਤੱਕ ਤਾਂ ਇਹਦਾ ਹੀ ਪਾਰਾਵਾਰ ਅੰਤ ਕੋਈ ਨਹੀਂ ਪਿਆ। ਅਜੇ ਤੱਕ ਜੋ ਅਕਾਲ ਪੁਰਖ, ਤੁਸੀਂ ਇਸ ਧਰਤੀ ਤੋਂ ਪਰੇ ਦੀ ਗੱਲ ਛੱਡੋ ਵੀ ਅਜੇ ਤੱਕ ਇਸ ਧਰਤੀ ਤੇ ਜਿੱਥੇ ਅਸੀਂ ਤੁਸੀਂ ਰਹਿ ਰਹੇ ਹਾਂ, ਇਸ ਧਰਤੀ ਤੇ ਐਸੀਆਂ ਪਹਾੜਾਂ ਦੀਆਂ ਕੰਦਰਾਂ ਨੇ, ਪਹਾੜਾਂ ਦੀਆਂ ਗੁਫਾਵਾਂ ਨੇ ਜਿੱਥੇ ਅਜੇ ਤੱਕ ਬੰਦਾ ਵਿਚਾਰਾ ਨਹੀਂ ਪਹੁੰਚ ਸਕਿਆ। ਪਹੁੰਚੇਗਾ ਤੇ ਫੇਰ ਹੀ ਦੱਸੇਗਾ ਨਾ। ਅਜੇ ਤੱਕ ਤਾਂ ਉਸ ਵਾਹਿਗੁਰੂ ਦੀ ਇਸ ਪੈਦਾ ਕੀਤੀ ਧਰਤੀ ਨੂੰ ਹੀ ਪੂਰੀ ਤਰ੍ਹਾਂ ਨਹੀਂ ਬੰਦੇ ਨੇ ਜੱਜ ਕੀਤਾ। ਤੇ ਸਾਇੰਸ ਤਾਂ ਹੁਣ ਇਹ ਕਹਿੰਦੀ ਵੀ 50,000 ਇੱਦਾਂ ਦੀਆਂ, ਅਸੀਂ ਹੋਰ ਵੀ ਦੂਰਾਬੀਨ ਨਾਲ ਗਿਣ ਕੇ ਰੱਖੀ ਬੈਠੇ ਹਾਂ ਵੀ ਇੱਦਾਂ ਦੀਆਂ ਧਰਤੀਆਂ 50,000 ਹੋਰ ਆਲੇ ਦੁਆਲੇ ਐਸ ਸੌਰ ਮੰਡਲ ਵਿੱਚ ਇੱਦਾਂ ਦੀਆਂ ਧਰਤੀਆਂ ਹੋਰ ਵੀ ਨੇ। ਤੇ ਉਹ ਇਹ ਨਹੀਂ ਕਹਿੰਦੇ ਵੀ 50 ਤੇ ਜਾ ਕੇ ਦੀ ਐਂਡ। ਉਹ ਕਹਿੰਦੇ ਵੀ ਆ ਜਿਹੜਾ ਅਸੀਂ ਦੂਰਾਬੀਨ ਬਣਾਈ ਹੈ ਨਾ ਸਿਸਟਮ, ਸਾਡਾ ਇਹ ਜਵਾਬ ਦੇ ਗਿਆ ਸਿਸਟਮ ਵੀ ਇਹਦੋਂ ਅੱਗੇ ਇਹਦੀ ਲਿਮਟ ਨਹੀਂ। ਅਸੀਂ ਹੁਣ ਦੁਬਾਰਾ ਫਿਰ ਤਿਆਰੀ ਕਰਕੇ ਇਹਦੋਂ ਡਬਲ ਰੇਂਜ ਵਾਲੀ ਬਣਾ ਰਹੇ ਹਾਂ। ਅਸੀਂ ਫਿਰ ਗਿਣਾਂਗੇ, ਉਹ ਫਿਰ ਗਿਣਨਗੇ ਤੇ ਵੱਧ ਤੋਂ ਵੱਧ ਲੱਖ ਹੋਰ ਲੱਭ ਲੈਣਗੇ। ਫਿਰ ਜਾ ਕੇ ਉਹਨਾਂ ਦਾ ਬਣਾਇਆ ਜੰਤਰ ਹੱਥ ਖੜੇ ਕਰ ਜੇਗਾ। ਪਰ ਪਸਾਰਾ ਉਸ ਵਾਹਿਗੁਰੂ ਦਾ ਉਦੋਂ ਅੱਗੇ ਵੀ ਹੋਰ ਪਸਾਰਿਆ ਹੋਇਆ। ਇਹਨੂੰ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ ਵੀ ਧਰਤੀ ਹੋਰ ਪਰੈ ਹੋਰ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਆਓ ਆਪਾਂ ਗਿਣਤੀ, ਉਹ ਕਹਿੰਦੇ ਵੀ ਹੈ ਹੀ ਬੇਅੰਤ ਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਉਹ ਕਹਿੰਦੇ ਲੱਖਾਂ ਹੀ ਹੈ। ਤੇ ਤੁਸੀਂ ਉਹ ਲੱਖਾਂ ਦੀ ਗਿਣਤੀ ਨਾ ਕਰੋ। ਜਿਨ੍ਹਾਂ ਲੱਖਾਂ ਹੀ ਇੱਦਾਂ ਦੇ ਬੇਅੰਤ ਪਤਾਲ ਤੇ ਆਕਾਸ਼ ਸਿਰਜ ਦਿੱਤੇ, ਸਾਡਾ ਫਰਜ਼ ਹੈ ਉਹਦੇ ਤੋਂ ਧੰਨਵਾਦ ਹੋਣਾ, ਉਹਦੇ ਤੋਂ ਸ਼ੁਕਰਗੁਜ਼ਾਰ ਹੋਣਾ, ਉਹਦੇ ਤੋਂ ਸਦਕੇ ਜਾਣਾ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ